ਰਾਈਟਿੰਗ ਹੁੰਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੇ ਵਿੱਚ ਡਿਫਰੈਂਸ ਹੋਣਾ ਚਾਹੀਦਾ ਹੈ ਕਿ ਇੱਕ ਹੁੰਦਾ ਹੈ ਪੈਰਾਗ੍ਰਾਫ, ਠੀਕ ਹੈ, ਤੇ ਹੁੰਦਾ ਹੈ ਐਸੇ। ਇਹਨਾਂ ਦੇ ਵਿੱਚ ਤੁਹਾਨੂੰ ਡਿਫਰੈਂਸ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ ਆ। ਜਿਹੜਾ ਹੁੰਦਾ ਨਾ ਪੈਰਾਗ੍ਰਾਫ, ਪੈਰਾਗ੍ਰਾਫ ਦੇ ਵਿੱਚ ਸਿਰਫ ਇੱਕੋ ਪੈਰਾ ਹੁੰਦਾ ਵਾ, ਉਹਦੇ ਵਿੱਚ ਆਪਾਂ ਕੋਈ ਵੀ ਲਾਈਨ ਨੂੰ ਜਾਂ ਇੱਕ ਪੈਰਾਗ੍ਰਾਫ ਨੂੰ ਇੱਕਦਮ ਨੂੰ ਦੂਜੇ ਨਾਲੋਂ ਅਲੱਗ ਨਹੀਂ ਕਰਦੇ ਹੈਗੇ। ਮਤਲਬ ਇੱਕ ਕੰਟੀਨਿਊਟੀ ਦੇ ਵਿੱਚ ਆਪਾਂ ਟੌਪਿਕ ਦਿੱਤਾ ਜਾਂਦਾ ਤੇ ਆਪਾਂ ਖਤਮ ਕਰ ਦਿੰਦੇ ਹਾਂ। ਨੀਅਰ ਅਬਾਊਟ 150 ਹੋ ਸਕਦਾ ਹੈ। ਜਿਹੜਾ ਹੁੰਦਾ ਆ ਐਸੇ, ਪਹਿਲਾਂ ਇੰਨਾ ਕੁ ਆਪਾਂ ਲਿਖ ਲਿਆ, ਇਹਦੇ ਵਿੱਚ ਪਹਿਲਾਂ ਉਹਦੀ ਇੰਟਰੋਡਕਸ਼ਨ ਲਿਖ ਦਿੱਤੀ, ਸੋਲੂਸ਼ਨ ਦਾ ਟੌਪਿਕ ਆ, ਫਿਰ ਇਫੈਕਟਸ ਲਿਖ ਦਿੱਤੇ ਆਪਾਂ, ਸੌਰੀ ਫਿਰ ਕੁਐਸਚਨ ਲਿਖਦੇ, ਫਿਰ ਐਂਡ ਤੇ ਦਾ ਕਨਕਲੂਜਨ ਦੇਤਾ, ਠੀਕ ਹੈ। ਸੋ ਆਹ ਚੀਜ਼ ਜਿਹੜੀ ਹੁੰਦੀ ਆ ਇਹਨੂੰ ਆਪਾਂ ਐਸੇ ਕਹਿ ਦਿੰਦੇ ਆ, ਇਹਨੂੰ ਆਪਾਂ ਦਿੰਦੇ ਉਹ 200 ਵਰਡਸ ਦਾ 500 ਵਰਡਸ ਦਾ ਹੋ ਸਕਦਾ ਆ, ਠੀਕ ਹੈ। ਪਹਿਲਾਂ ਦੇਖ ਲੈਂਦੇ ਆ ਡੈਫੀਨੇਸ਼ਨ 'ਚ ਕਿਹਾ ਗਿਆ ਹੈ ਕਿ ਐਸੇ ਰਾਈਟਿੰਗ ਜਿਹੜੀ ਹੁੰਦੀ ਹੈ, ਕਹਿੰਦੇ ਕਿ ਉਹ ਕਿਸੇ ਇਨਸਾਨ ਦੇ ਕਿਸੇ ਵੀ ਗਿਵਨ ਸਬਜੈਕਟ ਤੇ ਉਹ ਹੋ ਸਕਦਾ ਆ। ਕਹਿੰਦੇ ਐਸੇ ਸ਼ਾਰਟ ਹੁੰਦਾ ਆ ਐਂਡ ਪੀਸ ਆਫ ਕੰਪੋਜੀਸ਼ਨ ਆਨ ਐਨ ਅਸਾਈਨ ਟੌਪਿਕ, ਇੱਕ ਖਾਸ ਟੌਪਿਕ ਤੁਹਾਨੂੰ ਦੇ ਦਿੱਤਾ ਜਾਂਦਾ ਆ ਤੇ ਉਹਦੇ ਇਲਾਵਾ ਤੁਸੀਂ ਪੀਸਿਸ ਨੂੰ ਕਨੈਕਟ ਕਰਕੇ ਇੱਕ ਚੀਜ਼ ਨੂੰ ਕੰਪੋਜ਼ ਕਰਨਾ ਹੁੰਦਾ ਆ, ਠੀਕ ਹੈ। How to gather material for essay. ਰਾਈਟਿੰਗ ਐਸੇ ਡਿਪੈਂਡਸ ਔਨ ਰਾਈਟਰਸ ਨੌਲੇਜ। ਕਹਿੰਦੇ ਕਿ ਜਿਹੜਾ ਇਨਸਾਨ ਲਿਖਣ ਵਾਲਾ ਵਾ ਨਾ ਐਸੇ, ਕਹਿੰਦੇ ਕਿ ਉਹਨੂੰ ਕਿੰਨੀ ਕੁ ਨੌਲੇਜ ਹੈਗੀ ਆ ਸਬਜੈਕਟ ਦੇ ਬਾਰੇ, ਕਹਿੰਦੇ ਉਹ ਜ਼ਰੂਰੀ ਆ, ਠੀਕ ਹੈ। ਹੋਣਾ ਚਾਹੀਦਾ ਵਾ ਕਿ ਜਿਹੜੀ ਗੱਲ ਉਹ ਲਿਖ ਰਿਹਾ ਵਾ ਉਹਨੂੰ ਐਕਸਪ੍ਰੈਸ ਕਰਨ ਦਾ ਮੈਥਡ ਕੀ ਆ, ਠੀਕ ਹੈ। ਬੱਚੇ ਕਈ ਵਾਰੀ ਲੈਕ ਆਫ ਮਟੀਰੀਅਲ ਕਿ ਆਪਾਂ ਐਸੇ ਚ ਲਿਖ ਸਕਦੇ ਆ, ਠੀਕ ਹੈ। ਸੋ ਉਹਦੇ ਲਈ ਉਹਨਾਂ ਨੇ 3 ਤਰੀਕੇ ਦੱਸੇ ਹੋਏ ਆ। ਨਿਊਜ਼ਪੇਪਰਸ, ਕਹਿੰਦੇ ਚੰਗੀਆਂ ਕਿਤਾਬਾਂ ਜਿਹੜੀਆਂ ਵਾ ਸਾਨੂੰ ਉਹ ਜਿਹੜੀਆਂ ਪੜ੍ਹਨੀਆਂ ਚਾਹੀਦੀਆਂ, ਚੰਗੀਆਂ ਕਿਤਾਬਾਂ ਪੜ੍ਹੋ, ਇਸ ਦੇ ਨਾਲ ਨਾਲ ਕਹਿੰਦੇ ਨਿਊਜ਼ ਨਾਲ ਪੜ੍ਹੋ। ਵੀ ਹੈਗਾ ਆ ਅਬਜ਼ਰਵ ਥਿੰਗਸ ਕੇਅਰਫੁਲੀ, ਤੁਹਾਡੇ ਲਾਗੇ ਛਾਗੇ ਕੀ ਹੋ ਰਿਹਾ, ਅਬਜ਼ਰਵ ਕਰਨਾ ਮਤਲਬ ਨੋਟਿਸ ਕਰਨਾ, ਦੇਖਣਾ ਤੇ ਨੋਟਿਸ ਕਰਨਾ। ਕਹਿੰਦੇ ਉਹ ਚੀਜ਼ਾਂ ਵੀ ਜਿਹੜੀ ਹੈ ਦੇ ਇੱਕ ਕਹਿ ਲਓ ਅੰਦਰ ਅਬਿਲਿਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਹਰ ਚੀਜ਼ ਨੂੰ ਨੋਟਿਸ ਕਰੋ ਧਿਆਨ ਨਾਲ। on what you read and see, ਤੇ ਜੋ ਤੁਸੀਂ ਰਿਫਲੈਕਟ ਦਾ ਤੁਹਾਡੇ ਮਾਈਂਡ ਵਿੱਚ ਚੱਲ ਕੀ ਰਿਹਾ ਆ, ਕਹਿੰਦੇ ਜੋ ਤੁਸੀਂ ਪੜ੍ਹ ਰਹੇ ਹੋ, ਜੋ ਤੁਸੀਂ ਦੇਖ ਇਸ ਦੀ ਰਿਫਲੈਕਸ਼ਨ, ਉਹੀ ਚੀਜ਼ ਤੁਹਾਡੀ ਐਸੇ ਦੇ ਵਿੱਚ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਰੀਡਿੰਗ। ਕਹਿੰਦੇ ਕਿ ਜੇ ਤੁਸੀਂ ਇੱਕ ਚੰਗੇ ਐਸੇਇਸਟ ਬਣਨਾ ਚਾਹੁੰਦੇ ਹੋ ਤੇ ਕਹਿੰਦੇ ਤੁਹਾਨੂੰ ਤੁਹਾਡੇ ਨਾਲ ਪਿਆਰ ਹੋਣਾ ਚਾਹੀਦਾ, ਇੱਕ ਰੀਡਿੰਗ ਗੁੱਡ ਬੁੱਕਸ ਨੂੰ ਰੀਡ ਕਰਨ ਦੀ ਹੈਬਿਟ ਹੋ। ਕਿਸ ਤਰੀਕੇ ਹਿਸਟਰੀ, ਟਰੈਵਲਸ, ਸਾਇੰਸ, ਠੀਕ ਹੈ, ਗੁੱਡ ਨਿਊਜ਼ਪੇਪਰਸ ਜਾਂ ਮੈਗਜ਼ੀਨਸ, ਇਹ ਸਭ ਤੁਸੀਂ ਪੜ੍ਹ ਸਕਦੇ ਹੋ। ਇਹਨਾਂ ਸਭ ਚੀਜ਼ਾਂ ਦੇ ਵਿੱਚ ਜਿੱਦਾਂ ਕੋਈ ਟੌਪਿਕ ਪੜ੍ਹਿਆ ਤੇ ਉਹਨੂੰ ਇੱਕ ਨੋਟਬੁੱਕ ਦੇ ਉੱਪਰ ਲਿਖ ਲਿਆ, ਤੇ ਇਸ ਤੋਂ ਬਾਅਦ ਵਿੱਚ ਉਹ ਕੀ ਕਹਿ ਰਹੇ ਆ, ਕਹਿੰਦੇ ਕਿ ਫਿਰ ਉਹਨਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਐਕਸਟ੍ਰੈਕਟਸ ਹੁੰਦੇ ਆ ਜਾਂ ਉਹਨਾਂ ਦੀਆਂ ਸਮਰੀਜ਼ ਹੁੰਦੀਆਂ, ਕਹਿੰਦੇ ਉਹਨਾਂ ਨੂੰ ਤੁਸੀਂ ਨੋਟਬੁੱਕ 'ਚ ਲਿਖੋ। ਤੇ ਜਦੋਂ ਕਹਿੰਦੇ ਕਿ ਐਸੇ ਅਟੈਂਪਟ ਕਰਨਾ ਹੋਇਆ, ਐਸੇ ਜਦੋਂ ਅਟੈਂਪਟ ਕੰਸਲਟ ਕਰੋ, ਠੀਕ ਹੈ। ਤੇ ਉਹਦੇ ਨਾਲ ਤੁਹਾਨੂੰ ਅਬਜ਼ਰਵੇਸ਼ਨ ਵਿੱਚ ਉਹ ਕਹਿ ਰਹੇ ਆ, ਕਹਿੰਦੇ ਕਿ ਹਰ ਨੌਲੇਜ ਜਿਹੜੀਆਂ ਨੂੰ ਕਿ ਕੁਛ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਵਾ ਕਿ ਤੁਹਾਨੂੰ ਐਕਸਪੀਰੀਅੰਸ ਦੀਆਂ ਵਾ, ਕਿਤਾਬਾਂ ਨਹੀਂ ਸਿਖਾਉਂਦੀਆਂ, ਠੀਕ ਹੈ। ਤੇ ਇਹਦੇ ਲਈ ਤੁਹਾਨੂੰ ਕਹਿੰਦੇ ਉਹ ਚੀਜ਼ ਨੂੰ ਸਮਝਣ ਦੀ ਲੋੜ ਆ, ਨੋਟਿਸ ਕਰਨ ਦੀ, ਵੇਖਣ ਦੀ, ਤੇ ਉਹਦੇ ਲਈ ਕਹਿੰਦੇ ਆਪਣੀਆਂ ਆਈਜ਼ ਤੇ ਆਪਣੇ ਈਅਰਸ ਹਮੇਸ਼ਾ ਓਪਨ ਰੱਖੋ ਤਾਂ ਕਿ ਤੁਸੀਂ ਐਕਸ ਸਕੋ, ਠੀਕ ਹੈ। ਕਹਿੰਦੇ ਸਮਝੀ ਆ ਕਿ ਕੋਈ ਸਿਚੁਏਸ਼ਨ ਤੇ ਉਹ ਚੋਂ ਕੀ ਸਮਝਿਆ ਤੁਸੀਂ, ਠੀਕ ਹੈ। ਤੇ ਇਸ ਤੋਂ ਬਾਅਦ ਵਿੱਚ ਕਹਿੰਦੇ ਕਿ ਤੁਸੀਂ ਪ੍ਰੈਕਟਿਸ ਲਿਖ ਕੇ ਕਿ ਕੀ ਕੀ ਚੀਜ਼ਾਂ ਤੁਸੀਂ ਫੀਲ ਸਿਚੁਏਸ਼ਨ ਦੇ ਵਿੱਚ ਤੇ ਉਹਨੂੰ ਤੁਸੀਂ ਆਪਣੇ ਸ਼ਬਦਾਂ 'ਚ ਲਿਖਿਆ। ਦੈਨ ਥਿੰਕਿੰਗ ਹੁੰਦੀ ਆ, ਥਿੰਕਿੰਗ ਵਿੱਚ ਉਹ ਕੀ ਕਹਿ ਰਹੇ ਆ, you should also form a habit of reflecting on what you read and see. Thinking will enable ਕਿ ਜਿਹੜਾ ਜੋ ਚੀਜ਼ ਤੁਸੀਂ ਪੜ੍ਹੀ ਉਹਨੂੰ ਵਿਚਾਰ
ਤੁਹਾਡੀ ਸੋਚ ਵਾ ਕਹਿੰਦੇ ਉਹ ਜੋ ਜੋ ਤੁਸੀਂ ਸੋਚਦੇ ਹੋ ਉਹਨਾਂ ਆਈਡੀਆਜ਼ ਨੂੰ ਕਹਿੰਦੇ ਸਿਮੂਲੇਟ ਕੀਤਾ ਜਾਂਦਾ, ਯਾਨੀ ਕਲੈਕਟ ਕੀਤਾ ਜਾਂਦਾ ਵਾ ਰੀਡਿੰਗ ਦੇ ਨਾਲ। ਕਹਿੰਦੇ ਅਬਜ਼ਰਵ ਕਰਕੇ ਜ਼ਿਆਦਾ ਸਮਝ ਪਾਉਂਦੇ ਆ। ਠੀਕ ਹੈ, ਜਿਸ ਵੇਲੇ ਕਹਿੰਦੇ ਇੰਟੈਲੀਜੈਂਸ ਵੱਧਦੀ ਆ। ਤੇ ਹੁਣ ਮੰਨ ਲਓ ਕਿ ਤੁਹਾਨੂੰ ਮੈਂ ਕੋਈ ਸਵਾਲ ਪੁੱਛਾਂ, ਠੀਕ ਹੈ, ਤੁਸੀਂ ਮੰਨ ਲਓ ਸਮਝ ਰਹੇ ਹੋ ਕਿ ਐਸੇ ਹੁੰਦੇ ਕੀ ਆ, ਠੀਕ ਹੈ, ਤੇ ਮੈਂ ਤੁਹਾਨੂੰ ਕਹਾਂ ਕਿ ਇੱਕ ਜਾਂ ਦੋ ਲਾਈਨਾਂ ਤੁਸੀਂ ਐਸੇ ਦੇ ਬਾਰੇ ਲਿਖੋ। ਤੁਸੀਂ ਜੋ ਚੀਜ਼ ਸਮਝੀ ਜਾਂ ਸੁਣੀ ਤੁਸੀਂ ਆਪਣੀ ਭਾਸ਼ਾ 'ਚ ਉਹੀ ਚੀਜ਼ ਬੋਲੋ ਲਿਖੋਗੇ ਨਾ, ਠੀਕ ਹੈ। ਸੋ ਮਤਲਬ ਤੁਹਾਡੇ ਮਾਈਂਡ 'ਚ ਜੋ ਚੱਲਦਾ ਵਾ ਉਹੀ ਤੁਸੀਂ ਅਗਲੇ ਬੰਦੇ ਨੂੰ ਬੋਲ, ਤੇ ਉਹ ਲਿਖੀ ਹੋਈ ਚੀਜ਼ ਤੁਹਾਡੀ ਸੋਚ ਦੀ ਰਿਫਲੈਕਸ਼ਨ ਹੁੰਦੀ ਆ। ਅਗਰ ਤੁਹਾਡੀ ਥਿੰਕਿੰਗ ਚੰਗੀ ਨਹੀਂ ਆ, ਬਹੁਤ ਨੈਗੇਟਿਵ ਸੋਚਦੇ ਤਾਂ ਤੁਸੀਂ ਲਿਖੋਗੇ। ਅਗਰ ਪੋਜ਼ਿਟਿਵ ਸੋਚਦੇ ਹੋ ਤਾਂ ਤੁਸੀਂ ਪੋਜ਼ਿਟਿਵ ਚੀਜ਼ਾਂ ਹੀ ਜਿਹੜੀਆਂ ਬੋਲੋਗੇ ਜਾਂ ਲਿਖੋਗੇ। ਸੋ ਇਹ ਚੀਜ਼ ਹੁੰਦੀ ਆ ਰਿਫਲੈਕਸ਼ਨ। ਦੈਨ ਅੱਗੇ ਤੀਸਰਾ ਹੈਗਾ ਆ ਸਟਰਕਚਰ ਐਸੇ ਦਾ, ਜਿਹੜਾ ਇਹਨਾਂ ਨੇ ਕਹਿ ਲਓ ਡਿਸਕਸ ਕੀਤੇ ਆ। ਪਹਿਲਾਂ ਦਾ ਪੰਜਾਬੀ ਵਿੱਚ ਜਿੱਦਾਂ ਆਪਾਂ ਲੇਖ ਰਚਨਾ ਕਰਦੇ ਹਾਂ ਤੇ ਲਿਖਿਆ ਹੁੰਦਾ ਨਾ ਜਾਣ ਪਹਿਚਾਣ, ਮਤਲਬ ਕਿ ਐਸੇ ਵਿੱਚ ਹੈ ਕਿ ਆਪਾਂ ਕੀ ਉਹਦੇ ਬਾਰੇ ਲਿਖਣਾ, ਜੀਵਨ ਬਾਰੇ ਲਿਖਣਾ ਵਾ। ਜਿੱਦਾਂ ਮੰਨ ਲਓ ਕਿ ਉਹਦਾ ਪੋਰਟਰੇਟ ਆਪਾਂ ਲਿਖ ਰਹੇ ਹਾਂ, ਠੀਕ ਹੈ, ਹਿਸਟਰੀ ਬਾਰੇ ਲਿਖਣਾ, ਕੀ ਲਿਖਣਾ। ਸੋ ਉਹ ਹੋ ਜਾਂਦੀ ਪ੍ਰੋਡਕਸ਼ਨ। ਦੈਨ ਨੈਕਸਟ ਪੁਆਇੰਟ ਹੈਗਾ ਹੈ ਬੋਡੀ ਆਫ ਦਾ ਐਸੇ। ਬੋਡੀ ਆਫ ਦਾ ਐਸੇ ਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ, ਉਹਦੇ ਵਿੱਚ ਆਪਾਂ ਕੋਈ ਵੀ ਟੌਪਿਕ ਹੈ, ਜਿੱਦਾਂ ਮਤਲਬ ਪੋਲਿਊਸ਼ਨ ਦਾ ਮੈਂ ਪਹਿਲਾਂ ਦੱਸਿਆ ਆ, ਉਹਦੇ ਵਿੱਚ ਆਪਾਂ ਪਹਿਲਾਂ ਉਹਦੇ ਕਾਜ਼ਿਜ਼ ਲਿਖ ਲਏ, ਫਿਰ ਉਹਦੇ ਇਫੈਕਟਸ ਲਿਖ ਲਏ, ਫਿਰ ਉਹਦੇ ਕੀ ਕੀ ਮਤਲਬ ਕਿੱਦਾਂ ਕਿੱਦਾਂ ਉਹਨੂੰ ਜਿਹੜਾ ਸੁਜੈਸ਼ਨਸ ਦਿੱਤੇ ਕਿ ਕਿੱਦਾਂ ਰਿਡਿਊਸ ਕੀਤਾ ਜਾ ਸਕਦਾ ਆ, ਫਿਰ ਕਨਕਲੂਜਨ ਲਿਖਤਾ। ਇਫੈਕਟਸ, ਕਾਜ਼ਿਜ਼, ਸੁਜੈਸ਼ਨਸ ਇਹ ਸਭ ਬੋਡੀ ਵਿੱਚ ਆ ਜਾਣੇ ਆ, ਤੇ ਲਾਸਟ ਤੇ ਕਨਕਲੂਜਨ ਮਤਲਬ ਕਿ ਐਂਡ ਤੁਸੀਂ ਉਹਦਾ ਕਿੱਦਾਂ ਕਰਨਾ ਆ, ਆਖਿਰ ਵਿੱਚ ਇੱਕ ਦੋ ਲਾਈਨਾਂ ਨਾਲ ਉਹਨੂੰ ਤੁਸੀਂ ਰੈਪ ਅਪ ਕਿੱਦਾਂ ਕਰਨਾ ਆ, ਠੀਕ ਹੈ। ਸੋ ਉਹ ਕਨਕਲੂਜਨ ਹੋ ਜਾਂਦਾ ਆ। ਇਹਨਾਂ ਨੇ ਉਹ ਕੀਤਾ ਹੋਇਆ ਆ ਲੈਬੋਰੇਟ। ਮੂਵ ਔਨ ਟੂ ਦਾ ਨੈਕਸਟ ਪੇਜ। ਅੱਗੇ ਜਿਹੜਾ ਫੋਰਥ ਪੁਆਇੰਟ ਹੈਗਾ ਆ, ਫੋਰਥ ਪੁਆਇੰਟ 'ਚ ਉਹਨਾਂ ਨੇ ਕੀ ਕਿਹਾ ਆ, ਕਹਿੰਦੇ ਕਿ ਐਸੇ ਦੀ ਜੋ ਕਿੱਦਾਂ ਦੀ ਹੋਣੀ ਚਾਹੀਦੀ ਆ, ਐਸੇ ਦੀ ਲੈਂਗੁਏਜ ਜਿਹੜੀ ਆ ਉਹ ਈਜ਼ੀ ਹੋਣੀ ਚਾਹੀਦੀ ਆ, ਠੀਕ ਹੈ। ਇਹ 'ਚ ਦੋ ਟਰਮਸ ਯੂਜ਼ ਕੀਤੀਆਂ, ਦੈਟ ਇਜ਼ ਮੈਨਰ ਐਂਡ ਮੈਟਰ। ਜਿਹੜਾ ਮੈਨਰ ਹੁੰਦਾ ਵਾ ਨਾ, ਮੈਨਰ ਦਾ ਕਿਸ ਮੈਥਡ ਦੇ ਨਾਲ ਆਪਣੀ ਗੱਲ ਨੂੰ ਲਿਖਿਆ ਆ, ਠੀਕ ਹੈ। ਤੇ ਜਿਹੜਾ ਮੈਟਰ ਹੁੰਦਾ ਵਾ ਸਬਜੈਕਟ ਮੈਟਰ ਸਮਝਦੇ ਹੋ, ਕਿ ਮਤਲਬ ਕਿਹੜੇ ਵਰਡਸ, ਕਿਹੜੀ ਬੋਲੀ, ਟੈਂਸਸ ਤੁਸੀਂ ਯੂਜ਼ ਕੀਤੇ ਆ ਐਸੇ ਲਿਖਣ ਵਾਸਤੇ। ਉਹਨਾਂ ਨੇ ਕਿਹਾ ਵਾ, ਲਿਖਿਆ ਕਹਿੰਦੇ ਉਹ ਮਾਇਨੇ ਨਹੀਂ ਰੱਖਦਾ, ਜੋ ਗੱਲ ਤੁਸੀਂ ਬੋਲ ਰਹੇ ਹੋ। ਹੁਣ ਆਪਾਂ ਕਹਿ ਨਹੀਂ ਦਿੰਦੇ ਤੂੰ ਉਹ ਗੱਲ ਕਹੀ, ਪਰ ਤੇਰੇ ਕਹਿਣ ਦਾ ਤਰੀਕਾ ਸਹੀ ਨਹੀਂ। ਮਤਲਬ ਕਹਿਣ ਦਾ ਕਿ ਵਰਡਸ ਤਰੀਕਾ ਜਿਹੜਾ ਇੰਪੋਰਟੈਂਟ ਹੋਣਾ ਚਾਹੀਦਾ ਹੈ, ਠੀਕ ਹੈ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਅੱਗੇ ਕਾਈਂਡਸ ਆਫ ਐਸੇ, ਉਹਨਾਂ ਵਿੱਚ ਆ ਜਾਂਦੇ ਡਿਸਕ੍ਰਿਪਟਿਵ, ਨਰੇਟਿਵ, ਰਿਫਲੈਕਟਿਵ, ਐਕਸਪੋਜ਼ਿਟਰੀ, ਇਮੈਜਿਨ। ਮੇਨ 4 ਹੁੰਦੇ ਆ, ਸੌਰੀ 5 ਟਾਈਪਸ ਆਫ ਐਸੇ। ਫਸਟ ਜਿਹੜੀ ਟਾਈਪ ਹੈਗੀ ਆ ਡਿਸਕ੍ਰਿਪਟਿਵ ਐਸੇ, ਉਹਨਾਂ ਨੇ ਕਿਹਾ ਵਾ ਐਸੇ ਜਿਹੜੇ ਹੁੰਦੇ ਆ ਨਾ, ਦੇ ਸਕਦੇ ਹੋ ਐਨੀਮਲ ਦਾ, ਪਲੇਸ ਦਾ ਜਾਂ ਥਿੰਗ ਦਾ, ਠੀਕ ਹੈ। ਪਹਿਲਾ ਜਿਹੜਾ ਪੁਆਇੰਟ ਹੈ, ਜਿੱਦਾਂ ਮੰਨ ਲਓ ਕਿਸੇ ਐਨੀਮਲ ਤੇ ਆਪਾਂ ਲਿਖਿਆ ਪਲਾਂਟ, ਫਰੂਟ, ਮਿਨਰਲ, ਇਹਨਾਂ ਦੇ ਉੱਪਰ ਆਪਾਂ ਐਸੇ ਲਿਖੇ, ਠੀਕ ਹੈ ਨਾ, ਤੇ ਉਹ ਡਿਸਕ੍ਰਿਪਟਿਵ ਐਸੇ ਦਾ ਹਿੱਸਾ ਹੋਣਗੇ। ਜਿੱਦਾਂ ਐਲੀਫੈਂਟ, ਸਿਲਵਰ ਤੇ ਲਿਖਤਾ। ਬੀ ਪੁਆਇੰਟ ਵਿੱਚ ਵਿਲੇजेस, ਟਾਊਨਸ, ਕੰਟਰੀਜ਼, ਬਿਲਡਿੰਗਸ ਦੀ ਗੱਲ ਕੀਤੀ ਗਈ, ਜਿੱਦਾਂ ਆਪਾਂ ਚੰਡੀਗੜ੍ਹ ਤੇ ਲਿਖ ਦਿੱਤਾ ਗੋਲਡਨ ਟੈਂਪਲ, ਕੁਤਬ ਮੀਨਾਰ, ਠੀਕ ਹੈ। ਸੋ ਆਪਾਂ ਇਹ ਚੀਜ਼ਾਂ ਲਿਖਾਂਗੇ ਕਿ ਕੀ ਉਹਨਾਂ ਦੀ ਹਿਸਟਰੀ ਰਹੀ ਆ, ਕਿੰਨੇ ਉਹਨਾਂ ਨੂੰ ਬਣਾਇਆ, ਜਾਂ ਉਹ ਕਿਹਨਾਂ ਚੀਜ਼ਾਂ ਇਹ 'ਚ ਆ ਜਾਣਗੀਆਂ। ਦੈਨ ਮੈਨੂਫੈਕਚਰ ਆਰਟੀਕਲਸ, ਜਿਹੜੇ ਤਿਆਰ ਕੀਤੇ ਜਾਂਦੇ ਆ, ਜਿਵੇਂ ਐਰੋਪਲੇਨ, ਮੋਟਰ ਕਾਰ, ਸਿਲਕ ਜਾਂ ਪੇਪਰ। ਐਸਪੈਕਟਸ ਐਂਡ ਫਿਨੋਮੀਨਾਸ ਆਫ ਨੇਚਰ, ਕੁਦਰਤ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼, ਜਿੱਦਾਂ ਆਪ ਹੁੰਦੀਆਂ, ਕੁਦਰਤ ਦੁਆਰਾ ਕੀਤੀਆਂ ਜਾਂਦੀਆਂ।
ਆਉਣ ਦੇ ਮਹੀਨਾ ਆਉਣਾ ਹੋ ਗਿਆ, ਮਾਊਂਟੇਨਸ ਹੋ ਗਏ, ਸਨਲਾਈਟ, ਸਮਰ, ਵਿੰਟਰ, ਇਹ ਸਭ ਜਿਹੜੇ ਆ ਕੁਦਰਤੀ ਚੀਜ਼ਾਂ ਨੇ। ਦੈਨ ਈ ਪੁਆਇੰਟ ਦੇ ਵਿੱਚ ਗੱਲ ਕਰ ਚ ਪੁਲਿਸਮੈਨ ਦਾ ਜਿਹਦੇ ਦਾ ਕੈਰੈਕਟਰ ਮਿਸਤਰੀ ਨੂੰ ਕਹਿੰਦੇ। ਦੈਨ ਡਿਸਕ੍ਰਿਪਸ਼ਨ ਆਫ ਫੇਵਰੇਟ ਬੁੱਕਸ, ਤੁਹਾਡੀਆਂ ਜਿਹੜੀਆਂ ਬੁੱਕਸ ਤੁਹਾਡੀਆਂ ਫੇਵਰੇਟ ਹੁੰਦੀਆਂ ਆ ਸਕਦਾ, ਜਿੱਦਾਂ ਮੰਨ ਲਓ ਕਿ ਇੱਕ ਟਾਈਟਲ ਆ ਬੁੱਕ ਆ ਤੇ ਆਪਾਂ ਉਹਦੇ ਬਾਰੇ ਲਿਖ ਸਕਦੇ ਹਾਂ ਕਿ ਕਿਹੜੀ ਟੈਕਨੀਕ ਯੂਜ਼ ਕੀਤੀ ਗਈ ਲਿਖਣ ਵਾਸਤੇ, ਜਿਹੜਾ ਇਹਦਾ ਕਿੱਥੋਂ ਕਿੱਥੋਂ ਉਹਦਾ ਐਕਸਪੀਰੀਅੰਸ ਗੇਨ ਕਰਕੇ ਉਹਨੇ ਇਹ ਬੁੱਕ ਲਿਖੀ, ਠੀਕ ਹੈ। ਸੋ ਇਹ ਸਭ ਚੀਜ਼ਾਂ ਲਿਖ ਸਕਦੇ ਆਪਾਂ। ਡਿਸਕ੍ਰਿਪਸ਼ਨ ਦਾ ਮਤਲਬ ਹੁੰਦਾ ਵਾ ਡਿਟੇਲ ਲਿਖਣੀ ਕਿਸੇ ਚੀਜ਼। ਅੱਗੇ ਹੈਗੇ ਆ ਸੈਕਿੰਡ ਟਾਈਪ, ਦੈਟ ਇਜ਼ ਨਰੇਟਿਵ ਐਸੇਜ਼। ਨਰੇਟਿਵ ਮੀਨਸ ਨਰੇਟ ਕਰਨਾ, ਸਟੋਰੀ ਨਰੇਟ ਕਰਨਾ, ਜਿੱਦਾਂ ਕਹਾਣੀ ਦੀ ਤਰ੍ਹਾਂ ਨਹੀਂ ਆਪਾਂ ਕਈ ਵਾਰੀ ਕੋਈ ਗੱਲ ਕਹਿੰਦੇ ਹੁੰਦੇ, ਉਹ ਚੀਜ਼, ਠੀਕ ਹੈ। ਭਾਵੇਂ ਹੈਗੇ ਇਹ ਲੇਖ ਆ, ਬਟ ਜਿੱਦਾਂ ਹੁਣ ਮੰਨ ਲਓ ਮੈਂ ਕਹਾਂ ਕਿ ਮੈਂ ਗੋਲਡਨ ਟੈਂਪਲ ਜਾਣ ਬਾਰੇ ਐਸੇ ਲਿਖਣਾ ਆ, ਆਪਾਂ ਕੀ ਕਰਾਂਗੇ, ਆਪਾਂ ਉਹਨੂੰ ਇੱਕ ਸਟੋਰੀ ਦੀ ਤਰ੍ਹਾਂ ਲਿਖਾਂਗੇ ਕਿ ਮੈਂ ਇੰਨੇ ਵਜੇ ਉੱਠੀ, ਮੈਂ ਆ ਚੀਜ਼ ਪਹਿਨੀ, ਮੈਨੂੰ ਹਨਾ ਇਦਾਂ ਕਰਕੇ ਅਸੀਂ ਬੱਸ ਤੇ ਗਏ, ਜਾਂ ਸਾਨੂੰ ਟਾਈਮ ਤੇ ਬੱਸ ਨਹੀਂ ਮਿਲੀ, ਫਿਰ ਆਪਾਂ ਵੇਟ ਕੀਤੀ। ਮਤਲਬ ਕਈ ਚੀਜ਼ਾਂ ਤੁਸੀਂ ਉਹ 'ਚ ਐਕਸਪੀਰੀਅੰਸ ਲਿਖ ਸਕਦੇ ਹੋ। ਫਿਰ ਆਪਾਂ ਗਏ, ਉੱਥੇ ਗਏ, ਠੀਕ ਹੈ, ਉੱਥੇ ਇਹ ਲੋਕਾਂ ਨੂੰ ਆਪਾਂ ਮਿਲੇ ਜਾਂ ਦੇਖਿਆ, ਮਤਲਬ ਆਹ ਚੀਜ਼ ਆਪਾਂ ਓਬਜ਼ਰਵ ਕੀਤੀ। ਸੋ ਇਹ ਇੱਕ ਕਹਾਣੀ ਦੀ ਤਰ੍ਹਾਂ ਬਣ ਜਾਂਦੇ ਆ ਐਸੇ, ਠੀਕ ਹੈ। ਸੋ ਇੱਥੇ ਕਹਿਣ ਦਾ ਮਤਲਬ ਇਹੀ ਹੈ ਕਿ ਐਸੇ ਜਿਹੜੇ ਉਹਨਾਂ ਨੂੰ ਸਟੋਰੀ ਦੀ ਤਰ੍ਹਾਂ ਨਰੇਟ ਕੀਤਾ ਜਾ ਸਕਦਾ, ਉਹਨਾਂ ਨੂੰ ਕਹਿੰਦੇ ਆਪਾਂ ਨਰੇਟਿਵ ਐਸੇ। ਕਿਹੜੇ ਕਿਹੜੇ ਟੌਪਿਕਸ ਹੋ ਸਕਦੇ ਆ, ਐਨ ਇਨਸੀਡੈਂਟ, ਕੋਈ ਜਿੱਦਾਂ ਘਟਨਾ ਹੋ ਗਈ, ਜਿੱਦਾਂ ਗਲੀ 'ਚ ਕੋਈ ਲੜਾਈ ਹੋ ਗਈ, ਕਿਸੇ ਤਿਉਹਾਰ ਦੀ ਗੱਲ, ਕਿਸੇ ਮੈਰਿਜ ਦੀ, ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੀ ਗੱਲ ਹੋ ਗਈ। ਦੈਨ ਬੀ ਪੁਆਇੰਟ 'ਚ ਕੀ ਗੱਲ ਕਰ ਰਿਹਾ, ਐਨ ਐਕਸੀਡੈਂਟ ਔਰ ਅ ਨੈਚੁਰਲ ਡਿਜ਼ਾਸਟਰ, ਮਤਲਬ ਜਿੱਦਾਂ ਅੱਗ ਲੱਗ ਜਾਣੀ, ਤੂਫਾਨ ਦਾ ਆ ਜਾਣਾ, ਮੋਟਰ ਸਮੈਸ਼ ਹੋ ਜਾਣੀ, ਦੈਨ ਕੁਛ ਇਹਨਾਂ ਬਾਰੇ ਵੀ ਜਿਹੜਾ ਵਾ ਲਿਖਿਆ ਜਾਣਾ, ਉਹ ਪੈਸੇ 'ਚ ਆ ਜਾਂਦਾ। ਜਿੱਦਾਂ ਹੁਣ ਮੰਨ ਲਓ ਫਲੱਡ ਦੀ ਗੱਲ ਹੀ ਆਪਾਂ ਕਰ ਲਈਏ ਕਿ ਹਨਾ ਇੰਨੇ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ, ਮਤਲਬ ਇਦਾਂ ਲੱਗ ਰਿਹਾ ਸੀਗਾ ਕਿ ਇਦਾਂ ਹੋ ਜਾਣਾ, ਉਦਾਂ ਕੁਛ ਵੀ ਤੁਸੀਂ ਉਹ 'ਚ ਐਕਸਪੀਰੀਅੰਸ ਕਰਕੇ ਲਿਖ ਸਕਦੇ ਹੋ ਜੋ ਤੁਸੀਂ ਫੀਲ ਕਰਦੇ ਹੋ। ਕੋਈ ਟ੍ਰਿਪ ਹੋ ਗਈ, ਤੁਹਾਡੀ ਇੰਟਰਸਟਿੰਗ ਪਲੇਸ ਦੀ ਵਿਜ਼ਿਟ ਹੋ ਗਈ, ਸਟੋਰੀ ਕੋਈ ਤੁਹਾਡੀ ਜਿਹੜੀ ਆਪਣੇ ਕੋਲੋਂ ਤੁਸੀਂ ਬਣਾਈ ਆ, ਕੋਈ ਤੁਹਾਡੀ ਸੱਚੀ ਘਟਨਾ, ਕੋਈ ਤੁਹਾਡੀ, ਠੀਕ ਹੈ। ਬਾਏ ਸੀਗਾ ਮੁਗਲ ਕਿੰਗ, ਠੀਕ ਹੈ, ਇੱਕ ਮੁਗਲ ਰਾਜਾ ਸੀਗਾ, ਉਹਦੇ ਬਾਰੇ ਤੁਸੀਂ ਅੱਛਾ ਇੱਥੇ ਇੱਕ ਵਰਡ ਹੈ ਬਾਇਓਗ੍ਰਾਫੀ। ਬਾਇਓਗ੍ਰਾਫੀ ਜਿਹੜੀ ਉਹਨੂੰ ਆਪਾਂ ਕਹਿੰਦੇ ਹਾਂ ਜੀਵਨੀ, ਠੀਕ ਹੈ। ਇੱਕ ਵਰਡ ਹੁੰਦਾ ਆ ਆਟੋਬਾਇਓਗ੍ਰਾਫੀ, ਹੁੰਦੀ ਆ ਨਾ, ਇਹ ਚੀਜ਼ ਹੁੰਦੀ ਮਤਲਬ ਜਿਹੜੀ ਤੁਸੀਂ ਆਪਣੇ ਹੱਥਾਂ ਨਾਲ ਆਪ ਲਿਖੀ ਆ। ਲਿਖਾ ਨਾ, ਮੈਂ ਆਪਣੀ ਲਾਈਫ ਬਾਰੇ ਕੁਛ ਲਿਖਿਆ ਕਿਸੇ ਬੁੱਕ 'ਚ ਤੇ ਉਹ ਮੇਰੀ ਆਟੋਬਾਇਓਗ੍ਰਾਫੀ ਹੋ ਗਈ। ਮੇਰੇ ਬਾਰੇ ਕੋਈ ਦੂਸਰਾ ਪਰਸਨ ਮੇਰੀ ਮੇਰੀ ਕਹਾਣੀ ਨੂੰ ਲਿਖੇ, ਉਹ ਹੋ ਜਾਂਦੀ ਹੈ ਬਾਇਓਗ੍ਰਾਫੀ, ਠੀਕ। ਅੱਗੇ ਨੈਕਸਟ ਜਿਹੜਾ ਪੁਆਇੰਟ ਹੈਗਾ ਆ, ਉਹ ਚੋਂ ਕੀ ਗੱਲ ਕਰ ਰਹੇ ਆ, ਐਚ ਵਾਲੇ 'ਚ ਹਿਸਟੋਰੀਕਲ ਸਟੋਰੀ ਹੋਣਾ ਸੀ, ਠੀਕ ਹੈ। ਕਹਿੰਦੇ ਇਤਿਹਾਸਿਕ ਸਟੋਰੀਆਂ ਜਿਹੜੇ ਸਾਡੇ ਵੈਸੇ ਹੋ ਜਾਣਗੇ। ਪੇਜ ਨਹੀਂ ਓਪਨ ਹੋਇਆ। ਦੈਨ ਅੱਗੇ ਜਿਹੜੀ ਟਾਈਪ ਹੈਗੀ ਆ ਉਹਦੀ ਰਿਫਲੈਕਟਿਵ ਐਸੇ, ਜਿਹੜੇ ਰਿਫਲੈਕਟਿਵ ਐਸੇ ਹੁੰਦੇ ਆ ਨਾ ਬੱਚੇ, ਇਹਨਾਂ ਦੇ ਵਿੱਚ ਆਪਾਂ
ਆਪਣੇ ਥਾਟਸ ਜਿਹੜੇ ਸਾਡੇ ਵਿਚਾਰ ਹੁਣ ਇਹ ਜਿਹੜੇ ਆ ਨਾ ਇਹਨਾਂ ਦੇ ਵਿੱਚ ਜਿਹੜੇ ਟੌਪਿਕਸ ਆ ਜਾਣੇ ਆ ਉਹ ਹੁਣ ਕੁਆਲਿਟੀਜ਼ ਤੇ ਫੀਲਿੰਗਸ ਦੀ, ਠੀਕ ਹੈ। ਇਹ ਤਿੰਨ ਚੀਜ਼ਾਂ ਆ ਜਾਂਦੀਆਂ ਜਿੱਦਾਂ ਟੈਂਪਰੇਂਸ, ਪੰਚੁਅਲਿਟੀ, ਓਨੈਸਟੀ। ਮਤਲਬ ਕਹਿਣ ਦਾ ਕਿ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਕਿ ਇਮਾਨਦਾਰੀ ਦੇ ਉੱਪਰ ਟੌਪਿਕ ਤੇ ਕਾਇਰਤਾ ਹੋ ਗਈ ਜਾਂ ਬਹਾਦੁਰੀ ਹੋ ਗਈ ਜਾਂ ਪਰਸਿਵਰੈਂਸ, ਇੱਥੇ ਇੱਕ ਵਰਡ ਯੂਜ਼ ਕੀਤਾ ਗਿਆ ਸੀਗਾ, ਕੋਈ ਚੀਜ਼ ਲਗਾਤਾਰ ਕਰਦੇ ਜਾਣਾ ਹੁੰਦਾ ਨਾ, ਜਿੱਦਾਂ ਕਹਿ ਦਿੰਦੇ ਪ੍ਰੈਕਟਿਸ ਕੀਤੀ ਜਾਣੀ ਚਾਹੀਦੀ, ਉਹਦੇ ਵਿੱਚ ਪਰਸਿਵ ਹੈ ਆ ਕਿ ਇਹਨਾਂ ਦੇ ਜਿਹੜੇ ਲਿਖੇ ਜਾਂਦੇ ਨਾ ਉਹਨਾਂ ਨੂੰ ਆਪਾਂ ਰਿਫਲੈਕਟਿਵ ਐਸੇ ਕਹਿ ਦਿੰਦੇ ਆ। ਇਹਦੇ ਨਾਲ ਇੱਕ ਹੋ ਜਾਂਦਾ ਪੁਆਇੰਟ ਇੱਥੇ ਯੂਜ਼ ਕੀਤਾ ਹੈ ਟੌਪਿਕਸ, ਯਾਨੀ ਕਿ ਸਮਾਜ ਨਾਲ ਸੰਬੰਧਿਤ, ਰਾਜਨੀਤੀ ਨਾਲ ਸੰਬੰਧਿਤ ਜਾਂ ਫਿਰ ਘਰੇਲੂ ਲਾਈਫ ਨਾਲ ਸੰਬੰਧਿਤ, ਜਿੱਦਾਂ ਜੁਆਇੰਟ ਫੈਮਿਲੀ ਹੋ ਗਈ, ਐਜੂਕੇਸ਼ਨ ਦੀ। ਦੈਨ ਇੱਥੇ ਇੱਕ ਵਰਡ ਹੈ ਦੈਟ ਇਜ਼ ਅਨਟੱਚੇਬਿਲਿਟੀ। ਅਨਟੱਚੇਬਿਲਿਟੀ ਐਸਐਸਟੀ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ, ਲੋਕ ਹੁੰਦੇ ਸੀਗੇ ਨਾ ਅਪਰ ਕਲਾਸ ਲੋਕ, ਉਹਨਾਂ ਨੂੰ ਟੱਚ ਕਰਨਾ ਪਸੰਦ ਨਹੀਂ ਸੀ ਕਰਦੇ। ਮੀਨਸ ਉਹਨਾਂ ਦਾ ਪਰਛਾਵਾਂ ਜੇ ਤੁਹਾਡੇ ਤੇ ਪੈ ਗਿਆ ਨਾ ਤੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਸ਼ੁੱਧ ਹੋ ਗਏ ਆ, ਗੰਗਾ ਜਲ ਨਾਲ ਇਸ਼ਨਾਨ ਕਰਨਾ ਪੈਣਾ। ਜਿਹੜੇ ਬ੍ਰਾਹਮਣ ਲੋਕ ਸੀਗੇ ਪੁਰਾਣੇ ਸਮੇਂ 'ਚ, ਉਹ ਏਦਾਂ ਸ਼ੂਦਰਸ ਜਿਹੜੇ ਉਹਨਾਂ ਨਾਲ ਕਰਦੇ ਹੁੰਦੇ ਸੀਗੇ। ਸਟਿਲ ਦਿਸ evil act is practiced in this present era, ਮੀਨਸ ਕਿ ਹੁਣ ਦੇ ਸਮੇਂ ਵਿੱਚ ਵੀ ਇਹ ਚੀਜ਼ ਜਿਹੜੀ ਆ ਪ੍ਰੈਕਟਾਈਜ਼ਡ ਕੀਤੀ ਜਾ ਰਹੀ ਆ। ਮਤਲਬ ਜਿਹੜੇ ਥੋੜੇ ਲੋਕ ਅਮੀਰ ਹੁੰਦੇ ਆ ਉਹ ਗਰੀਬ ਲੋਕਾਂ ਨੂੰ ਕੁਝ ਨਹੀਂ ਸਮਝਦੇ ਨਾ। ਇੱਕ ਟਰਮ ਹੈ ਦੈਟ ਇਜ਼ ਮੈਨੂਅਲ ਸਕ੍ਰੰਜਿੰਗ, ਜਿਹੜੇ ਲੋਕ ਗਟਰ ਵਗੈਰਾ ਸਾਫ਼ ਕਰਦੇ ਆ ਨਾ, ਬੜੀ ਈਰਖਾ ਕਰਦੇ ਲੋਕ, ਦੂਰੋਂ ਉਹਨਾਂ ਨੂੰ ਖਾਣਾ ਦੇ ਦੇਣਾ ਤੇ ਉਹਨਾਂ ਦੇ ਬਰਤਨ ਵੀ ਕਹਿਣਾ ਉੱਥੇ ਹੀ ਰੱਖ ਦਿਓ। ਇਹ ਚੀਜ਼ ਤੁਸੀਂ ਵੀ ਕਿਤੇ ਨਾ ਕਿਤੇ ਆਪਣੇ ਘਰ ਵਿੱਚ ਜਾਂ ਕਿਤੇ ਨਾ ਕਿਤੇ ਐਕਸਪੀਰੀਅੰਸ ਜ਼ਰੂਰ ਕੀਤੀ ਹੋਊਗੀ, ਜਿਹੜੀ ਕਿ ਬਹੁਤ ਗਲਤ ਆ ਕਿਉਂਕਿ ਉਹ ਵੀ ਇਨਸਾਨ ਆ। ਸੋ ਇਹ ਅਨਟੱਚੇਬਿਲਿਟੀ ਇੱਕ ਕਹ ਲਓ ਇੱਕ ਸੋਸ਼ਲ ਟੌਪਿਕ ਆ, ਠੀਕ ਹੈ। ਦੈਨ ਲਾਈਫ ਇੰਸ਼ੋਰੈਂਸ ਹੋ ਗਈ, ਡੈਮੋਕ੍ਰੇਸੀ ਹੋ ਗਈ, ਇਹ ਸਭ ਚੀਜ਼ਾਂ ਜਿਹੜੀਆਂ ਨਾ ਐਸਿਸ ਵਿੱਚ ਇਹ ਸਭ ਚੀਜ਼ਾਂ ਦਾ ਡਿਸਕ੍ਰਿਪਸ਼ਨ ਦਿੱਤਾ ਜਾਊਗਾ, ਉਹਨਾਂ ਨੂੰ ਆਪਾਂ ਰਿਫਲੈਕਟਿਵ ਐਸੇ ਕਰਾਂਗੇ ਕਿਉਂਕਿ ਉਹਦੇ ਵਿੱਚ ਸਾਡਾ ਆਪਾਂ ਜੋ ਦੇਖਦੇ ਐਕਸਪੀਰੀਅੰਸ ਕਰਦੇ ਦੇਖਦੇ ਆਪਾਂ ਉਹ ਨਹੀਂ ਲਿਖਦੇ। ਰਿਫਲੈਕਸ਼ਨ ਦਾ ਮਤਲਬ ਥਾਟਸ ਸਾਡੇ, ਜੋ ਅਸੀਂ ਉਸ ਚੀਜ਼ ਨੂੰ ਜਿੰਨਾ ਕੁ ਸਮਝਦੇ ਹਾਂ ਆਪਾਂ ਆਪਣੀ ਸੋਚ ਉਹਦੇ ਵਿੱਚ ਜਿਹੜੀ ਆ ਲਿਖਾਂਗੇ, ਠੀਕ ਹੈ। ਦੈਨ ਫੋਰਥ ਪੁਆਇੰਟ ਜਿਹੜਾ ਹੈਗਾ ਦੈਟ ਇਜ਼ ਐਕਸਟ੍ਰੀਟਰੀ ਐਸੇ ਐਕਸਪੋਜ਼ ਵਾਲਾ ਪੁਆਇੰਟ। ਪਹਿਲਾ ਪੁਆਇੰਟ ਹੈ ਸਾਇੰਟਿਫਿਕ ਟੌਪਿਕਸ ਦੇ, ਮਤਲਬ ਸਾਇੰਸ ਨਾਲ ਰਿਲੇਟਡ ਕੋਈ ਵੀ ਗੈਜਟ ਬਣਾਇਆ ਮੈਂ ਕਹਾਂ ਨਾ, ਜਿੱਦਾਂ ਮਤਲਬ ਇੱਦਾਂ ਦੀ ਹਿਸਟਰੀ ਕਿੰਨੇ ਨੂੰ ਇਨਵੈਂਟ ਕੀਤੀ, ਉਹਦੇ ਵਰਤਣ ਨਾਲ ਸਾਡੀ ਲਾਈਫ ਤੇ ਕੀ ਇਫੈਕਟ ਪਿਆ ਵਾ, ਅਸੀਂ ਲੇਜ਼ੀ ਹੋ, ਸਭ ਚੀਜ਼ਾਂ, ਠੀਕ ਹੈ। ਸੋ ਨਾਲ ਰਿਲੇਟਡ ਸਾਇੰਸ ਸਕਦੀ ਹੈ। ਦੈਨ ਲਿਟਰਲੀ ਸਬਜੈਕਟਸ ਮਤਲਬ ਡਿਕਨਸ ਦੇ ਨੋਵਲ ਹੋ ਗਈਆਂ। ਦੈਨ ਅਗਲਾ ਸੀ ਦੈਟ ਇਜ਼ ਇੰਸਟੀਟਿਊਸ਼ਨ, ਇੰਡਸਟਰੀਜ਼ ਤੇ ਆਕਿਊਪੇਸ਼ਨ, ਸੰਸਥਾਵਾਂ, ਕੰਮਕਾਰ ਲੋਕਾਂ ਦਾ ਜਿਹੜਾ ਹੁੰਦਾ ਉਹਨਾਂ ਬਾਰੇ ਵੀ ਲਿਖਿਆ ਜਾ ਸਕਦਾ ਆ। ਉਹ ਐਕਸਪੋਜ਼ਿਟਰੀ ਐਸੇ ਹੋਣਗੇ ਜਿਵੇਂ ਸੈਂਸੈਕਸ ਜਨਗਣਨਾ ਜਿਹੜੀ 10 ਸਾਲ ਬਾਅਦ ਹੁੰਦੀ ਆ, ਗਿਣੇ ਜਾਂਦੇ ਲੋਕ ਜੀ ਪਏ ਆ। ਦੈਨ ਮੀਡੀਆ ਬਾਰੇ, ਪਾਰਲੀਮੈਂਟ ਜਿਹੜੀ ਘਰਾਂ ਦੇ ਵਿੱਚ ਕੰਮ ਰੁਜ਼ਗਾਰ ਦਿੰਦੇ ਆ, ਫਾਰਮਿੰਗ, ਗਾਰਡਨਿੰਗ, ਹਾਰਟੀਕਲਚਰ, ਫੋਟੋਗ੍ਰਾਫੀ, ਠੀਕ ਹੈ। ਸੋ ਇਹ ਸਭ ਚੀਜ਼ਾਂ ਡੀ ਪੁਆਇੰਟ ਵਿੱਚ ਇਹਨਾਂ ਨੇ ਗੱਲ ਕੀਤੀ ਆ ਔਰ ਸੇਇੰਗਸ। ਕੋਟੇਸ਼ਨ ਤੇ ਸੇਇੰਗਸ ਕੀ ਹੁੰਦੀਆਂ ਆ ਕਿ ਜਿੱਦਾਂ ਹੁੰਦੀਆਂ ਵਾ, ਮਤਲਬ ਉਹ ਚੀਜ਼ਾਂ ਜਿਹੜੀਆਂ ਸੱਚ ਹੁੰਦੀਆਂ ਵਾ, ਮਤਲਬ ਐਕਸਪੀਰੀਅੰਸ ਕਰਕੇ ਕਈਆਂ ਗਈਆਂ ਹੁੰਦੀਆਂ। ਜਿੱਦਾਂ ਇੱਥੇ ਕਹਿ ਦਿੰਦੇ ਆ ਕਿ ਅਧੂਰਾ ਗਿਆਨ ਹਾਨੀਕਾਰਕ ਹੁੰਦਾ ਆ। ਚੀਜ਼ ਨੂੰ ਤੁਹਾਨੂੰ ਚਲਾਉਣਾ ਹੁੰਦਾ ਵਾ, ਉਹਨੂੰ ਬੰਦ ਨਹੀਂ ਕਰਨਾ ਹੁੰਦਾ ਮਸ਼ੀਨਰੀ ਨੂੰ, ਤੇ ਉਹ ਚੀਜ਼ ਫਿਰ ਡੇਂਜਰਸ ਹੀ ਹੋਏਗੀ ਨਾ ਤੁਹਾਡੇ ਲਈ, ਠੀਕ ਹੈ। ਸੋ ਇਹਨੂੰ ਐਕਸਪਲੇਨ ਕਰਨਾ ਹੋਵੇ, ਜਿੱਦਾਂ ਆਪਾਂ ਕੋਈ ਕਹਾਣੀ ਜੀ ਬਣਾ ਕੇ ਲਿਖ ਦਈਏ ਕਿ ਇਸ ਕਰਕੇ ਕਹਿ ਸਕਦੇ ਹਾਂ ਕਿ ਅਧੂਰਾ ਗਿਆਨ ਜਿਹੜਾ ਵਾ ਉਹ ਹਾਨੀਕਾਰਕ ਹੁੰਦਾ ਆ। ਸੋ ਇੱਕ ਕਿਸਮ ਦਾ ਐਸੇ ਹੋ ਗਿਆ। ਦੈਨ ਸਵੀਟ ਆਰ ਦਾ ਯੂਜ਼ਸ ਆਫ ਐਡਵਰਸਿਟੀ, ਕਿ ਮਤਲਬ ਬੁਰੇ ਹਾਲਾਤਾਂ 'ਚ ਜੋ ਇਨਸਾਨ ਸਿੱਖਦਾ ਵਾ, ਠੀਕ ਹੈ, ਉੱਥੋਂ ਜਦੋਂ ਉਸ ਉਹ ਤੋਂ ਮਿਹਨਤ ਕਰਦਾ ਵਾ ਤੇ ਜੋ ਉਹਨੂੰ ਹੁੰਦਾ ਵਾ ਉਹਦੇ ਵਰਗੀ ਰੀਸ ਨਹੀਂ ਹੁੰਦੀ, ਠੀਕ ਹੈ। ਦੈਨ ਇਮਾਨਦਾਰੀ ਦੀ ਗੱਲ ਕੀਤੀ ਆ, ਕੰਸਿਸਟੈਂਸੀ ਦੀ ਅੱਗੇ ਉਹਨਾਂ ਨੇ ਗੱਲ ਕੀਤੀ ਆ ਕਿ ਹੌਲੀ ਹੌਲੀ ਕੰਮ ਕਰਨਾ ਤੇ ਕਰਦੇ ਜਾਣਾ, ਉਹਦੇ ਨਾਲ ਜਿਹੜਾ ਵਾ ਕਿਤੇ ਨਾ ਕਿਤੇ ਇਨਸਾਨ ਦੀ ਜਿੱਤ ਹੁੰਦੀ ਹੈ, ਠੀਕ ਹੈ। ਦੈਨ ਜਾਂਦੇ ਆ ਅਸਲ
ਰਿਐਲਿਟੀ ਕੁਛ ਨਹੀਂ ਹੁੰਦੀ, ਬਸ ਉਹਦੇ ਵਿੱਚ ਇਮੈਜਿਨ ਕੀ, ਠੀਕ ਹੈ। ਜਿਵੇਂ ਉਹਨਾਂ ਨੇ ਦਿੱਤਾ ਵਾਰ ਕਿ ਕਾਸ਼ ਮੈਂ ਰਾਜਾ ਹੁੰਦਾ, ਨੈਕਸਟ ਵਿੱਚ ਜਿੱਦਾਂ ਕਹਿ ਰਹੀ ਹੈ ਕਿ ਕਾਸ਼ ਮੈਂ ਮਿਲੀਅਨਰ ਹੁੰਦਾ, ਮੈਂ ਕਰੋੜਪਤੀ ਹੁੰਦਾ ਤੇ ਮੈਂ ਕੀ ਕੀ ਕਰਦਾ। ਉਹਦੇ ਵਿੱਚ ਤੁਸੀਂ ਸਮਝਦੇ ਹੋ, ਸਭ ਸੋਚ ਕੇ ਤੁਸੀਂ ਉਹ ਚ ਲਿਖ ਸਕਦੇ ਹੋ, ਠੀਕ ਹੈ। ਸੋ ਦਿਸ ਇਜ਼ ਦਾ ਇੰਟਰੋਡਕਸ਼ਨ, ਇਟਸ ਟਾਈਪਸ ਐਂਡ ਸਟਰਕਚਰ, ਕਿ ਐਸੇ ਦੇ ਵਿੱਚ ਹੁੰਦਾ ਕੀ ਹੈ।